मैं एक गल करना चाह रहा हाँ कि थिएटर खुलने ने थिएटर बंद तो नहीं रहने ठीक है लेकिन थिएटर बेहतरी वाले पासे जा रहा मैं ਤੁਹਾਨੂੰ ਦੱਸ ਰਿਹਾ ਹਾਂ। ਉਹਦੇ ਵਿੱਚ ਕੁਝ ਕਹਿੰਦੇ ਨੇ ਜੀ ਅਸੀਂ ਇਸ ਕਮੇਟੀ ਨੂੰ ਮੰਨਦੇ ਹਾਂ, ਕੁਝ ਇਹ ਕਹਿ ਰਹੇ ਨੇ ਜੀ ਅਸੀਂ ਇਸ ਕਮੇਟੀ ਨੂੰ ਮੰਨਣਾ ਹੀ ਨਹੀਂ। ਕਾਲਾਂ ਸਾਨੂੰ ਕਰਦੇ ਨੇ ਕਿ ਅੱਲਾ ਤੁਹਾਡੀ ਖੈਰ ਕਰੇ ਪਰਵਰਦੀਗਾਰ ਜਿਹੜੇ ਥੀਏਟਰਸ ਨੂੰ ਦੁਬਾਰਾ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੇਰੀ ਗੱਲ ਸੁਣ, ਤੇਰੇ ਕੋਲ ਜਹਾਜ਼ ਹੈ? ਇੱਕ ਵਾਰੀ ਬਹਿਣਾ ਪੈਣਾ ਕਿਉਂ? ਸਕੂਨ ਉਹ ਇੱਥੇ ਨਹੀਂ ਆਉਂਦਾ। ਅੱਛਾ ਅੱਛਾ, ਕਿਹੜਾ ਜਹਾਜ਼ ਹੈ ਤੇਰੇ ਕੋਲ? ਜੰਗੀ F16 ਹੈ। F16 ਇਹ ਤੁਸੀਂ ਕਹਿੰਦੇ ਜੇ F16? ਹਾਂ, ਅਸੀਂ ਸੂਬੇ ਵਾਲਾ ਕਹਿੰਦੇ ਆ। ਜੰਗੀ ਜਹਾਜ਼ ਵੇਖਿਆ ਕਦੀ? ਇਹ ਜੰਗੀ ਜਹਾਜ਼ ਹੁੰਦਾ ਛਾਉਣੀਆਂ ਤਬਾਹ ਕਰਦਾ। ਉਹ ਕਹਿੰਦੇ ਨੇ ਜੀ ਕਿ ਤਾਹਰ ਅੰਜਮ ਸਾਹਿਬ ਤੋਂ ਇਲਾਵਾ ਗਵਰਨਮੈਂਟ ਨੂੰ ਕੋਈ ਦੂਸਰਾ ਬੰਦਾ ਨਜ਼ਰ ਨਹੀਂ ਆਇਆ। ਗੋਸ਼ੀ ਖਾਨ ਸਾਹਿਬ ਕਮੇਟੀ ਦੇ ਵਿੱਚ ਸ਼ਾਮਲ ਨੇ, ਮੈਂ ਬੜਾ ਖੁਸ਼ ਹੋਇਆ ਵਾਂ। ਮੈਂ ਮਤਲਬ ਮੈਨੂੰ ਕੋਈ ਇਤਰਾਜ਼ ਨਹੀਂ ਤੇ ਜੇ ਗੋਸ਼ੀ ਖਾਨ ਸਾਹਿਬ ਦੀ ਮੇਰੀ ਜਗ੍ਹਾ ਤੇ ਕੋਈ ਹੋਰ ਬੰਦਾ ਵੀ ਆਏਗਾ ਤੇ ਸਾਡੇ ਚੋਂ ਆਏਗਾ ਤੇ ਉਹ ਬੜਾ ਮੈਂ ਖੁਸ਼ ਹੋਵਾਂਗਾ। ਥੀਏਟਰ ਔਰ ਡਰਾਮੇ ਦੀ ਬਕਾ ਵਾਸਤੇ, ਥੀਏਟਰ ਔਰ ਆਰਟਿਸਟ ਦੀ ਬਕਾ ਵਾਸਤੇ ਅਸੀਂ ਕੰਮ ਕਰਾਂਗੇ। ਜਿੰਨੀ ਦੇਰ ਸਾਨੂੰ ਖਿਦਮਤ ਦਾ ਮੌਕਾ ਮਿਲਿਆ ਅਸੀਂ ਖਿਦਮਤ ਜ਼ਰੂਰ ਕਰਾਂਗੇ। ਜਿਹੜੀ ਤੁਹਾਡੀ ਮੁਲਾਕਾਤ ਵਜ਼ੀਰ ਆਲਾ ਪੰਜਾਬ ਨਾਲ ਹੈ ਉਹਨੂੰ ਵੀ ਮਸ਼ਕੂਕ ਨਜ਼ਰਾਂ ਦੇਖਿਆ ਜਾ ਰਿਹਾ। ਉਹ ਕਹਿੰਦੇ ਜੀ ਉਹ ਕਿਸੇ ਹੋਰ ਕੰਮ ਵਾਸਤੇ ਮਿਲੇ ਨੇ ਲੇਕਿਨ ਉਹ ਦੱਸ ਹੀ ਦਿੱਤਾ ਗਿਆ। ਦੂਸਰਾ ਉਹ ਕਹਿੰਦੇ ਜੀ ਜਿਹੜੀ ਗੱਲ ਦੀ ਅੱਜ ਕਮੇਟੀ ਬਣੀ ਹੈ, ਮਤਲਬ ਫਰਜ਼ ਕਰੋ ਕਿ ਡਰਾਮੇ ਦੀ ਸਲਾਹਤ ਦੀ, ਲੇਕਿਨ ਪਹਿਲਾਂ ਡਰਾਮੇ ਦੀ ਵਿਗਾੜ 'ਚ ਤਾਹਰ ਅੰਜਮ ਸਾਹਿਬ ਵੀ ਤੇ ਸ਼ਾਮਲ ਨੇ। ਲੇਕਿਨ ਅਲਹਮਦੁਲਿਲਾ ਬਾ ਫਜ਼ਲੇ ਖੁਦਾ ਮੈਂ ਕਦੀ ਵੀ ਉਹ ਗੱਲ ਸਟੇਜ ਤੇ ਨਹੀਂ ਕੀਤੀ ਜਿਹਦੀ ਮੈਨੂੰ ਸ਼ਰਮਿੰਦਗੀ ਹੋਵੇ। ਹਨੀਫ ਦਾ ਕੁੱਕੜ ਜ਼ਰੂਰ ਵਲਗਰ ਹੁੰਦਾ ਜੇ ਮੇਰੇ ਹੱਥ 'ਚ ਕੁੱਕੜ ਨਾ ਹੁੰਦਾ ਤੇ। ਮੇਰੀ ਗੱਲ ਸਮਝਿਓ, ਜੇ ਮੈਂ ਕੁੱਕੜ ਤੋਂ ਬਗੈਰ ਖਲੋਤਾ ਹੁੰਦਾ ਤੇ ਮੈਂ ਕਹਿੰਦਾ ਇਹ ਚੌਰੀ ਨੀਫ ਦਾ ਕੁੱਕੜ ਹੈ, ਇਹ ਚੌਰੀ ਨੀਫ ਦਾ ਕੁੱਕੜ ਇੰਜ ਕਰਦਾ, ਚੌਰੀ ਨੀਫ ਦੇ ਕੁੱਕੜ ਦੀ ਏਡੀ ਮੋਟੀ ਧੌਣ ਹੈ, ਫਿਰ ਤੇ ਸਾਰੀ ਦੁਨੀਆ ਨੂੰ ਵੀ। ਜਦੋਂ ਮੈਂ ਕੁੱਕੜ ਫੜਿਆ ਹੋਇਆ ਹੈ ਔਰ ਕੁੱਕੜ ਦੇ ਬਾਰੇ ਮੈਂ ਗੱਲ ਕਰ ਰਿਹਾ, ਮੈਂ ਕਿਹੜਾ ਕਿਸੇ ਹੋਰ ਚੀਜ਼ ਦੇ ਬਾਰੇ ਗੱਲ ਕਰ ਰਿਹਾ ਵਾਂ। ਮੈਂ ਤੇ ਕਦੀ ਉਹ ਗੱਲ ਨਹੀਂ ਕੀਤੀ ਜਿਹੜੀ ਮਤਲਬ ਭੈਣ ਭਰਾਵਾਂ ਦੇ ਵਿੱਚ ਬਹਿ ਕੇ ਸੁਣਨ ਵਾਲੀ ਨਾ ਹੋਵੇ। ਓਏ ਅਮੀਰ ਬੰਦਾ ਤਾਂ ਕਦੀ ਵੇਖਿਆ ਹੀ? ਤੂੰ ਅਮੀਰ ਹੈ? ਲੈ ਤੇ ਹੋਰ ਕੀ ਆ, ਸੱਚੀ? ਉਹ ਕਰੋੜਪਤੀ ਆਦਮੀ ਆ। ਦਿਖਾ ਕਰੋੜ। ਕਰੋੜ ਦਿਖਾ ਇੱਥੇ ਦਿਖਾ ਰਿਹਾ ਤੈਨੂੰ। ਦਿਖਾ, ਅਗਰ ਤੇਰੇ ਕੋਲ ਹੈ ਤੇ ਦਿਖਾ। ਕਿਹੜੀ ਗੱਡੀ ਆ ਤੇਰੇ ਕੋਲ? ਮੇਰੇ ਕੋਲ ਹਾਂ। ਸਿਵਿਕ। ਸਿਵਿਕ ਝਟਕੇ ਜੰਪ ਲੱਗਦੇ ਹੋਣੇ। ਜਹਾਜ਼ ਰੱਖਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਬਾਬਰ ਬੇਗ ਔਰ ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ABIG TV। ਨਾਜ਼ਰੀਨ, ਸਾਡੇ ਨਾਲ ਇਸ ਟਾਈਮ ਤਾਹਰ ਅੰਜਮ ਸਾਹਿਬ ਮੌਜੂਦ ਨੇ। ਤਾਹਰ ਅੰਜਮ ਸਾਹਿਬ ਇਸ ਟਾਈਮ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦਾ ਜਿਹੜਾ ਸਟੇਜ ਡਰਾਮਾ ਉਹ ਬੰਦ ਹੋ ਚੁੱਕਿਆ ਔਰ ਸਟੇਜ ਡਰਾਮੇ ਦੀ ਇੱਕ ਕਮੇਟੀ ਬਣਾਈ ਗਈ ਹੈ ਸਰਕਾਰੀ ਸਤ੍ਹਾ 'ਤੇ ਔਰ ਇਹਨਾਂ ਨੂੰ ਸਰਕਾਰੀ ਸਤ੍ਹਾ 'ਤੇ ਨੋਟੀਫਿਕੇਸ਼ਨ ਅੰਦਰ ਜਾਰੀ ਹੋ ਚੁੱਕਿਆ ਔਰ ਅੱਜ ਇਹ ਪਹਿਲੀ ਮੀਟਿੰਗ ਜਿਹੜੀ ਉਹ ਅਟੈਂਡ ਕਰ ਆਏ ਨੇ। ਡਰਾਮੇ ਦੇ ਜਿਹੜੇ ਤਰਾਮੀਮ ਦੇ ਨਵੇਂ ਐਕਟ ਨੇ ਬਣਾਏ ਜਾਣਗੇ ਉਹਦੇ 'ਚ ਤਾਹਰ ਸਾਹਿਬ ਦੀ ਔਰ ਗੋਸ਼ੀ ਖਾਨ ਸਾਹਿਬ ਦੀ ਭਰਪੂਰ ਮੁਸ਼ਾਵਰਤ ਜਿਹੜੀ ਹੈ ਉਹ ਸ਼ਾਮਲ ਹੋਏਗੀ ਔਰ ਇਸ ਟਾਈਮ ਆਰਟਿਸਟਾਂ ਦੀ ਇਹ ਕਿਆਦਤ ਵੀ ਕਰ ਰਹੇ ਨੇ। ਤੇ ਤਾਹਰ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਮੌਜੂਦਾ ਸੂਰਤ ਹਾਲ 'ਤੇ ਜਿਹੜੀ ਇਸ ਟਾਈਮ ਪੰਜਾਬ 'ਚ ਬ੍ਰੇਕਿੰਗ ਨਿਊਜ਼ ਹੈ। अस्सलाम वालेकुम ਜੀ। ਜੀ ਵਾਲੇਕੁਮ ਸਲਾਮ। ਤਾਹਰ ਸਾਹਿਬ, ਪਹਿਲੇ ਤਾਂ ਮੈਂ ਤੁਹਾਡਾ ਮਸ਼ਕੂਰ ਔਰ ਮਮਨੂਨ ਹਾਂ ਕਿ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਇੰਨੀ ਭੱਜ ਦੌੜ 'ਚ ਟਾਈਮ ਦਿੱਤਾ ਹੈ। ਅਤੇ ਉਸ ਤੋਂ ਬਾਅਦ ਜਿਹੜੀ ਸਟੇਜ ਦੀ ਮੌਜੂਦਾ ਸੂਰਤ ਹਾਲ ਹੈ, ਅੱਜ ਅਸੀਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਕੀ ਗੱਲਾਂ ਹੋਈਆਂ, ਯਕੀਨਨ ਉਹ ਪਸੇ ਪਰਦਾ ਹੋਣਗੀਆਂ, ਨਹੀਂ ਦੱਸਣ ਵਾਲੀਆਂ ਹੋਣਗੀਆਂ, ਲੇਕਿਨ ਕੀ ਨਜ਼ਰ ਆ ਰਿਹਾ ਕਿ ਥੀਏਟਰ ਕਿੰਨੇ ਦਿਨਾਂ ਤੱਕ ਮੁਤਵੱਕੋ ਹੈ ਔਰ ਕਿਹੜੀ SOPs ਨਾਲ ਖੁੱਲ੍ਹੇਗਾ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨਾ ਚਾਹ ਰਿਹਾ ਹਾਂ ਕਿ ਥੀਏਟਰ ਖੁੱਲ੍ਹਣੇ ਨੇ ਥੀਏਟਰ ਬੰਦ ਤਾਂ ਨਹੀਂ ਰਹਿਣੇ ਠੀਕ ਹੈ ਲੇਕਿਨ ਥੀਏਟਰ ਬਿਹਤਰੀ ਵਾਲੇ ਪਾਸੇ ਜਾ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਥੀਏਟਰ ਦੇ ਵਿੱਚ ਜੋ ਵੀ ਅਮੈਂਡਮੈਂਟਸ ਗਵਰਨਮੈਂਟ ਪੰਜਾਬ ਕਰ ਰਹੀ ਹੈ ਔਰ ਖਾਸ ਤੌਰ 'ਤੇ ਪੰਜਾਬ ਆਰਟਸ ਕਾਉਂਸਲ ਔਰ ਮਿਨਿਸਟਰ ਸਾਡੇ ਜਿਹੜੇ ਇਤਲਾਤ ਨਸ਼ਰਿਆਤ ਐਂਡ ਕਲਚਰ ਨੇ ਆਮਰ ਮੀਰ ਸਾਹਿਬ ਔਰ ਸੈਕਟਰੀ ਇਨਫੋਰਮੇਸ਼ਨ ਅਲੀ ਨਵਾਜ਼ ਸਾਹਿਬ, ਉਹਨਾਂ ਦੀਆਂ ਭਰਪੂਰ ਕਾਵਿਸ਼ਾਂ ਦੇ ਨਾਲ ਔਰ ਸਾਡੀ ਮਾਮਨਤ ਦੇ ਨਾਲ ਥੀਏਟਰਸ ਦੇ ਜਿਹੜੇ ਨਵੇਂ SOPs ਬਣ ਰਹੇ ਨੇ ਔਰ ਕੁਝ ਜਿਹੜੇ ਨੇ ਐਕਟ 'ਚ ਤਰਮੀਮ ਹੋ ਰਹੀਆਂ ਨੇ ਉਹ ਬੜੀਆਂ ਅੱਛੀਆਂ ਔਰ ਬੜੀਆਂ ਹੀ ਸਿਹਤਮੰਦ ਜਿਹੜੀਆਂ ਨੇ ਅਮੈਂਡਮੈਂਟਸ ਹੋ ਰਹੀਆਂ ਨੇ ਆਉਣ ਵਾਲੇ ਥੀਏਟਰ ਦੇ ਵਿੱਚ। ਠੀਕ ਹੈ, ਅਤੇ ਕਿੰਨੇ ਦਿਨਾਂ ਤੱਕ ਅਸੀਂ ਇਹਨੂੰ ਦੇਖ ਰਹੇ ਹਾਂ ਕਿ ਇਹ ਜਿਹੜਾ ਥੀਏਟਰ ਹੈ ਇਹ ਖੁੱਲ੍ਹ ਜਾਏਗਾ ਔਰ ਮੁਤਵੱਕੋ ਹੈ? ਇਨਸ਼ਾਅੱਲਾ ਬਾ ਫਜ਼ਲ ਖੁਦਾ ਬਹੁਤ ਜਲਦ। ਅੱਛਾ ਤਾਹਰ ਸਾਹਿਬ, ਇੱਥੇ ਕੁਝ ਪ੍ਰੋਡਿਊਸਰ ਔਰ ਕੁਝ ਫਨਕਾਰ ਗਰੁੱਪ ਜਿਹੜੇ ਨੇ ਉਹ ਧੜਾਬੰਦੀ 'ਚ ਨਜ਼ਰ ਆਉਂਦੇ ਨੇ। ਉਹਦੇ ਵਿੱਚ ਕੁਝ ਕਹਿੰਦੇ ਨੇ ਜੀ ਅਸੀਂ ਇਸ ਕਮੇਟੀ ਨੂੰ ਮੰਨਦੇ ਹਾਂ, ਕੁਝ ਇਹ ਕਹਿ ਰਹੇ ਨੇ ਜੀ ਅਸੀਂ ਇਸ ਕਮੇਟੀ ਨੂੰ ਮੰਨਣਾ ਹੀ ਨਹੀਂ। ਅਤੇ ਇਸ ਹਵਾਲੇ ਨਾਲ ਕੀ ਕਹੋਗੇ? ਕਿਹੜੀ ਕਮੇਟੀ?
ਮਤਲਬ ਜਿਹੜੀ ਕਮੇਟੀ ਬਣਾਈ ਗਈ ਹੈ ਐਕਟ ਵਾਸਤੇ, ਲੇਕਿਨ ਮੈਂ ਤੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਕਮੇਟੀ ਬਜ਼ਾਤੇ ਖੁਦ ਤਾਂ ਨਹੀਂ ਬਣੀ, ਕਮੇਟੀ ਤੇ ਸਰਕਾਰ ਨੇ ਬਣਾਈ ਔਰ ਅਮਲ ਦਰਾਮਦ ਜਿਹੜਾ ਉਹ ਵੀ ਸਰਕਾਰ ਨੇ ਕਰਾਉਣਾ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਅਰਜ਼ ਕਰਨਾ ਚਾਹ ਰਿਹਾ ਵਾਂ, ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕਰਦੇ ਪਏ ਹੋ ਪਹਿਲੇ ਨੰਬਰ 'ਤੇ ਉਹ ਥੀਏਟਰ ਦਾ ਔਰ ਆਰਟ ਦਾ ਹਿੱਸਾ ਹੀ ਨਹੀਂ ਹੈਗੇ। ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਲੋਕ ਤੁਸੀਂ ਗੱਲ ਕਰ ਰਹੇ ਹੋ ਕਮੇਟੀ 'ਤੇ ਇਤਰਾਜ਼ ਕਰ ਰਹੇ ਨੇ ਜਾਂ ਕੁਝ ਅਮੈਂਡਮੈਂਟਸ 'ਤੇ ਇਤਰਾਜ਼ ਕਰ ਰਹੇ ਨੇ, ਉਹਨਾਂ ਦਾ ਨਾ ਆਰਟ ਨਾਲ ਤਲਕ ਹੈ ਨਾ ਥੀਏਟਰਸ ਦੇ ਨਾਲ ਤਲਕ ਹੈ। ਮੈਂ ਕਸਮ ਖਾਣ ਲਈ ਤਿਆਰ ਹਾਂ ਕਿ ਜਿਹੜੇ ਥੀਏਟਰ ਦੇ ਲੋਕ ਨੇ, ਜਿਹੜੇ ਆਰਟਿਸਟ ਨੇ, ਜਿਹੜੇ ਸੱਚੀ ਮੁੱਚੀ ਦੇ ਪ੍ਰੋਡਿਊਸਰਸ ਨੇ ਔਰ ਜਿਹੜੇ ਥੀਏਟਰ ਦੇ ਖੈਰ ਖੁਆਹ ਨੇ, ਉਹ ਸਭ ਵਿਚਾਰੇ ਲੁੱਕ ਕੇ ਕੌਲਾਂ ਸਾਨੂੰ ਕਰਦੇ ਨੇ ਕਿ ਅੱਲਾ ਤੁਹਾਡੀ ਖੈਰ ਕਰੇ ਪਰਵਰਦੀਗਾਰ, ਜਿਹੜੇ ਥੀਏਟਰਸ ਨੂੰ ਦੁਬਾਰਾ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਜਿਹੜੇ ਵਿਚਾਰੇ ਮਤਲਬ ਨਜਾਇਜ਼ ਤਰੀਕੇ ਨਾਲ ਥੀਏਟਰਾਂ 'ਤੇ ਕਾਬਜ਼ ਹੋਏ ਨੇ, ਨਜਾਇਜ਼ ਤਰੀਕੇ ਨਾਲ ਥੀਏਟਰ ਵਿੱਚ ਕੰਮ ਕਰ ਰਹੇ ਨੇ, ਖੁਆਹ ਆਰਟਿਸਟ ਨੇ, ਖੁਆਹ ਪ੍ਰੋਡਿਊਸਰਸ ਨੇ, ਇਹ ਇੱਕ ਮਾਫੀਆ ਹੈ। ਇਹਨਾਂ ਦੇ ਆਸਤੇ ਤੇ ਅਸੀਂ ਲੱਗੇ ਹੋਏ ਹਾਂ ਕਿ ਜਿਹੜੇ ਕਹਿ ਰਹੇ ਨੇ ਕਿ ਗੌਰਮੈਂਟ ਗਲਤ ਕਰ ਰਹੀ ਹੈ। ਗੌਰਮੈਂਟ ਬਹੁਤ ਹੀ ਸ਼ਾਨਦਾਰ ਅਮੈਂਡਮੈਂਟਸ ਕਰ ਰਹੇ ਨੇ ਔਰ ਥੀਏਟਰ ਦੀ ਭਲਾਈ ਵਾਸਤੇ, ਔਰ ਉਹ ਇਤਨੇ ਕੁ ਥੀਏਟਰ ਦੇ ਆਰਟਿਸਟਾਂ ਦੇ ਮਸਾਇਲ ਨੂੰ ਸਮਝਦੇ ਨੇ, ਉਹਨਾਂ ਨੂੰ ਇੰਨਾ ਸੰਗੀਨੀ ਦਾ ਅੰਦਾਜ਼ਾ ਹੈ। ਕੱਲ੍ਹ ਮੇਰੀ ਚੀਫ ਮਿਨਿਸਟਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਔਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਯਾਰ ਮੈਨੂੰ ਬਹੁਤ ਹੀ ਜਿਹੜਾ ਅੰਦਾਜ਼ਾ ਇਸ ਚੀਜ਼ ਦਾ ਕਿ ਆਰਟਿਸਟ ਜਿਹੜੇ ਨੇ ਉਹ ਪਰੇਸ਼ਾਨ ਨੇ, ਲੇਕਿਨ ਉਹ ਅੱਜ ਦੇ ਪਰੇਸ਼ਾਨ ਨਹੀਂ, ਉਹ 20 ਸਾਲ ਤੋਂ ਪਰੇਸ਼ਾਨ ਨੇ। ਮੈਂ ਆਰਟਿਸਟਾਂ ਦੀ ਗੱਲ ਕਰਨਾ ਪਿਆ, ਹਾਂਜੀ। ਅਤੇ ਜਿਹੜੇ ਆਰਟਿਸਟ ਨੇ ਉਹ ਤਾਂ 20 ਸਾਲ ਤੋਂ ਪਰੇਸ਼ਾਨ ਨੇ, ਥੀਏਟਰ ਦੇ ਲੋਕ ਤਾਂ 20 ਸਾਲ ਤੋਂ ਪਰੇਸ਼ਾਨ ਨੇ। ਇਹ ਜਿਹੜੇ ਲੋਕ ਨੇ ਇਹ ਥੀਏਟਰ ਦੇ ਲੋਕ ਨਹੀਂ ਹੈਗੇ, ਇਹ ਕੋਈ ਹੋਰ ਕਾਰੋਬਾਰ ਕਰਦੇ ਸਨ, ਹੁਣ ਇਹ ਬੰਦੋਬਸਤ ਕਰਨਾ ਆਪਣੇ ਕਾਰੋਬਾਰ ਦਾ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰਨ ਦਾ। ਠੀਕ ਹੋ ਗਿਆ। ਅੱਛਾ, ਮੈਂ 2 ਸਵਾਲ ਮੇਰੇ ਬੜੇ ਤਲਖ ਨੇ, ਲੇਕਿਨ ਉਹ ਹਕੀਕਤ ਹੈ। ਇੱਕ ਤਾਂ ਫੇਸਬੁੱਕ 'ਤੇ ਪੋਸਟਾਂ ਚੱਲ ਰਹੀਆਂ ਨੇ, ਸ਼ਾਇਦ ਤੁਹਾਡੀ ਨਜ਼ਰ 'ਚ ਵੀ ਗੁਜ਼ਰੀਆਂ ਹਨ। ਉਹ ਕਹਿੰਦੇ ਨੇ ਜੀ ਕਿ ਤਾਹਰ ਅੰਜਮ ਸਾਹਿਬ ਤੋਂ ਇਲਾਵਾ ਗੌਰਮੈਂਟ ਨੂੰ ਕੋਈ ਦੂਸਰਾ ਬੰਦਾ ਨਜ਼ਰ ਨਹੀਂ ਆਇਆ, ਕੀ ਕਹੋਗੇ ਇਸ ਹਵਾਲੇ ਨਾਲ? ਮੈਂ ਤਾਂ ਯਕੀਨ ਕਰੋ ਕਿ ਮੈਂ ਅੱਜ ਔਨ ਰਿਕਾਰਡ ਗੱਲ ਕਰਨ ਲਈ ਤਿਆਰ ਹਾਂ ਕਿ ਜੇ ਗੌਰਮੈਂਟ ਨੂੰ ਮੇਰੀ ਜਗ੍ਹਾ 'ਤੇ ਕੋਈ ਹੋਰ ਬੰਦਾ ਚਾਹੀਦਾ ਤਾਂ ਉਹ ਬਿਲਕੁਲ ਉਹਨੂੰ ਕਮੇਟੀ ਦੇ ਵਿੱਚ ਪਾਉਣ, ਔਰ ਖੁਦਾ ਦੀ ਕਸਮ ਖਾ ਕੇ ਕਹਿ ਰਿਹਾ ਵਾਂ ਮੈਂ ਵੈਲਕਮ ਕਰਾਂਗਾ ਉਸ ਬੰਦੇ ਨੂੰ ਔਰ ਮੈਂ ਸਲੂਟ ਪੇਸ਼ ਕਰਾਂਗਾ, ਕਿਉਂਕਿ ਮੇਰੀ ਬਰਾਦਰੀ ਦਾ ਬੰਦਾ, ਮੇਰੇ ਖਾਨਵਾਦੇ ਦਾ ਬੰਦਾ, ਮੇਰੇ ਥੀਏਟਰ ਦਾ ਬੰਦਾ, ਮੇਰੇ ਯਾਰਾਂ 'ਚੋਂ ਕੋਈ, ਮੇਰੇ ਪਿਆਰਿਆਂ ਦੇ ਵਿੱਚੋਂ ਕੋਈ ਆਏ ਅਤੇ ਮੈਂ ਉਹਨੂੰ ਵੈਲਕਮ ਕਰਾਂਗਾ। ਮੈਂ ਤਨਕੀਦ ਤਾਂ ਨਹੀਂ ਕਰਾਂਗਾ, ਕਿਉਂਕਿ ਅੱਲਾਹ ਤਾਲਾ ਨੇ ਉਹ ਇੱਜ਼ਤ ਬਖਸ਼ੀ ਹੈ ਉਹਨੂੰ, ਜਿਹੜਾ ਵੀ ਆਏ ਔਰ ਜਿਹੜਾ ਵੀ ਹੋਏਗਾ। ਗੋਸ਼ੀ ਖਾਨ ਸਾਹਿਬ ਕਮੇਟੀ ਦੇ ਵਿੱਚ ਸ਼ਾਮਲ ਨੇ, ਮੈਂ ਬੜਾ ਖੁਸ਼ ਹੋਇਆ ਵਾਂ, ਮੈਂ ਮਤਲਬ ਮੈਨੂੰ ਕੋਈ ਇਤਰਾਜ਼ ਨਹੀਂ। ਅਤੇ ਜੇ ਗੋਸ਼ੀ ਖਾਨ ਸਾਹਿਬ ਦੀ ਮੇਰੀ ਜਗ੍ਹਾ 'ਤੇ ਕੋਈ ਹੋਰ ਬੰਦਾ ਵੀ ਆਏਗਾ ਤਾਂ ਸਾਡੇ 'ਚੋਂ ਆਏਗਾ ਅਤੇ ਉਹ ਬੜਾ ਮੈਂ ਖੁਸ਼ ਹੋਵਾਂਗਾ। ਇਤਰਾਜ਼ ਕਰਨ ਦੀ ਮਤਲਬ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਤਾਹਿਰ ਸਾਹਿਬ ਦੇਖੋ, ਮੈਂ ਤਾਂ ਗੱਲ ਉਹ ਸਵਾਲ ਰੱਖ ਰਿਹਾ ਜਿਹੜੇ ਲੋਕਾਂ ਦੇ ਅੱਗੇ ਨੇ। ਜਿਸ ਦਿਨ ਤੁਹਾਡਾ ਅਨਾਊਂਸ ਹੋਇਆ ਅਸੀਂ ਤਾਂ ਤੁਹਾਡੀ ਵੀ ਮੁਬਾਰਕਬਾਦ ਜਿਹੜੀ ਉਹਨੂੰ ਅਪਲੋਡ ਕੀਤਾ, ਉਹਦੀ ਵਜ੍ਹਾ ਉਹਦੇ 'ਚ ਇਹ ਵੀ ਕਿ ਅਸੀਂ ਆਪਣੇ ਪਾਕਿਸਤਾਨ ਦਾ, ਆਪਣੇ ਕਵਾਨੀਨ ਦਾ, ਆਪਣੀ ਗੌਰਮੈਂਟ ਦਾ ਅਸੀਂ ਦਿਲੋਂ ਜਾਨ ਤੋਂ ਮਤਲਬ ਇਹਤਰਾਮ ਕਰਨੇ ਆ। ਯਕੀਨਨ ਜਿਹੜੇ ਫੈਸਲੇ ਹੋਏ ਹੋਣਗੇ ਉਹ ਕੋਈ ਇੱਕ ਬੰਦੇ ਦੇ ਫੈਸਲੇ ਨਹੀਂ ਹੈਗੇ, ਮਤਲਬ ਹਾਈ ਫਾਈ ਫੈਸਲੇ ਨੇ ਔਰ ਉਹਦੇ 'ਚ ਕਮੇਟੀ 'ਚ ਜਿਹੜੇ ਨਾਂ ਆਏ ਨੇ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਸ਼ਾਇਦ ਸਿਲੈਕਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ ਜਾਂ ਸਿਫਾਰਸ਼ਾਤ 'ਤੇ ਮਤਲਬ ਇਹ ਮਾਮਲਾ ਸਾਰੇ ਹੋਏ ਨੇ। ਮੈਂ ਔਨ ਰਿਕਾਰਡ ਤੁਹਾਨੂੰ ਤੁਹਾਡੇ ਚੈਨਲ 'ਤੇ ਗੱਲ ਕਰ ਰਿਹਾ ਕਿ ਮੈਨੂੰ ਜਿੱਥੇ ਮਰਜ਼ੀ ਹਲਫ ਲੈ ਲਓ ਕਿ ਸਾਨੂੰ ਪਤਾ ਵੀ ਨਹੀਂ, ਮੈਨੂੰ ਤਾਂ ਨੋਟੀਫਿਕੇਸ਼ਨ ਵੀ ਜਿਹੜਾ ਉਹ ਸਰਕਾਰੀ ਕਿਸੇ ਬੰਦੇ ਨੇ ਨਹੀਂ ਭੇਜਿਆ, ਇਹ ਕਿਸੇ ਗਰੁੱਪ ਵਿੱਚੋਂ ਕਿਸੇ ਮੁਲਤਾਨ ਦੇ ਇੱਕ ਬੰਦੇ ਨੇ ਮੈਨੂੰ ਨੋਟੀਫਿਕੇਸ਼ਨ ਭੇਜਿਆ ਅਤੇ ਮੈਨੂੰ ਪਤਾ ਚੱਲਿਆ ਕਿ ਮੇਰਾ ਨੋਟੀਫਿਕੇਸ਼ਨ ਹੈ। ਮੈਨੂੰ ਤਾਂ ਪਤਾ ਵੀ ਨਹੀਂ ਕਿ ਕਮੇਟੀ ਬਣ ਰਹੀ ਹੈ, ਕਮੇਟੀ 'ਚ ਮੇਰਾ ਨਾਮ ਪਾਇਆ ਔਰ ਮੈਂ ਹਲਫਨ ਜਿੱਥੇ ਮਰਜ਼ੀ ਮੇਰੇ ਕੋਲੋਂ ਹਲਫ ਲੈ ਸਕਦੇ ਹੋ। ਨਾ ਇਸ ਮੌਜੂ 'ਤੇ ਕਦੀ ਡਿਸਕਸ ਹੋਈ ਹੈ ਕਿਸੇ ਵੀ ਹਕੂਮਤੀ ਅਹੁਦੇਦਾਰ ਨਾਲ ਔਰ ਨਾ ਹੀ ਕਦੀ ਮੈਂ ਕੋਈ ਸਿਫਾਰਿਸ਼ ਕਰੀ। ਮੈਨੂੰ ਬਿਲਕੁਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਲੇਕਿਨ ਜੇ ਗੌਰਮੈਂਟ ਪੰਜਾਬ ਨੇ ਇਤਮਾਦ ਦਾ ਇਜ਼ਹਾਰ ਕੀਤਾ, ਸਾਨੂੰ ਮੁਸ਼ਾਵਰਤ ਵਾਸਤੇ ਕਮੇਟੀ 'ਚ ਪਾਇਆ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਔਰ ਇਨਸ਼ਾਅੱਲਾ ਬਫਜ਼ਲ ਖੁਦਾ ਥੀਏਟਰ ਔਰ ਡਰਾਮੇ ਦੀ ਬਕਾ ਵਾਸਤੇ, ਥੀਏਟਰ ਔਰ ਆਰਟਿਸਟ ਦੀ ਬਕਾ ਵਾਸਤੇ ਅਸੀਂ ਕੰਮ ਕਰਾਂਗੇ। ਜਿੰਨੀ ਦੇਰ ਸਾਨੂੰ ਖਿਦਮਤ ਦਾ ਮੌਕਾ ਮਿਲਿਆ ਅਸੀਂ ਖਿਦਮਤ ਜ਼ਰੂਰ ਕਰਾਂਗੇ। ਠੀਕ ਹੈ, ਗੱਲਾਂ ਤੁਹਾਡਾ ਤੋਂ ਹੋਰ ਇਸ ਤੋਂ ਕਰਨੀਆਂ ਨੇ ਕਿ ਤੁਸੀਂ ਜਵਾਬ ਠੀਕ ਦੇ ਲੈਣਾ। ਇੱਕ ਤਾਂ ਇਹ ਵੀ ਕਿ ਰਾਤੀ
ਜਿਹੜੀ ਤੁਹਾਡੀ ਮੁਲਾਕਾਤ ਵਜ਼ੀਰ ਆਲਾ ਪੰਜਾਬ ਨਾਲ ਹੈ ਉਹਨੂੰ ਵੀ ਮਸ਼ਕੂਕ ਨਜ਼ਰਾਂ ਦੇਖਿਆ ਜਾ ਰਿਹਾ। ਉਹ ਕਹਿੰਦੇ ਜੀ ਉਹ ਕਿਸੇ ਹੋਰ ਕੰਮ ਵਾਸਤੇ ਮਿਲੇ ਨੇ ਲੇਕਿਨ ਉਹ ਦੱਸ ਹੀ ਦਿੱਤਾ ਗਿਆ। ਇੱਕ ਦੂਸਰਾ ਉਹ ਕਹਿੰਦੇ ਜੀ ਜਿਹੜੀ ਗੱਲ ਦੀ ਅੱਜ ਕਮੇਟੀ ਬਣੀ ਹੈ ਮਤਲਬ ਫਰਜ਼ ਕਰੋ ਕਿ ਡਰਾਮੇ ਦੀ ਸਲਾਹਤ ਦੀ, ਲੇਕਿਨ ਪਹਿਲਾਂ ਡਰਾਮੇ ਦੀ ਵਿਗਾੜ 'ਚ ਤਾਹਰ ਅੰਜਮ ਸਾਹਿਬ ਵੀ ਤਾਂ ਸ਼ਾਮਲ ਨੇ। ਦੇਖੋ ਗੱਲ ਸੁਣੋ, ਡਰਾਮੇ ਦੀ ਵਿਗਾੜ ਦੇ ਵਿੱਚ ਸਾਡਾ ਕੋਈ ਆਰਟਿਸਟ ਵੀ ਸ਼ਾਮਲ ਨਹੀਂ ਹੈਗਾ। ਅਸੀਂ ਡਰਾਮੇ ਦੀ ਵਿਗਾੜ ਦੇ ਵਿੱਚ ਕੋਈ ਫਨਕਾਰ ਦਾ ਮੈਂ ਨਹੀਂ ਨਾਂ ਲਵਾਂਗਾ ਕਿ ਫਲਾਣਾ ਆਰਟਿਸਟ ਵਿਗਾੜ ਦੇ ਵਿੱਚ ਸ਼ਾਮਲ ਹੈ। ਮੈਂ ਵਿਗਾੜ ਜਿਹੜਾ ਹੋਇਆ 20-25 ਸਾਲਾਂ ਦੇ ਵਿੱਚ ਉਹਦੀ ਨਿਸ਼ਾਨਦੇਹੀ ਮੈਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਦਿੱਤੀ ਹੋਈ ਹੈ। ਸਾਡੇ ਤੇ ਜਿਹੜੇ ਲੋਕ ਮੁਸੱਲਤ ਨੇ, ਮਤਲਬ ਮੈਂ ਉਹਨਾਂ ਲੋਕਾਂ 'ਚ ਸ਼ਾਮਲ ਹਾਂ ਜਿਨ੍ਹੇ ਢੀਠਾਂ ਵਾਂਗੂ ਇਹ ਫੈਸਲਾ ਕੀਤਾ ਕਿ ਮੈਂ ਘਰ ਨਹੀਂ ਜਾਣਾ, ਮੈਂ ਦੌੜਨਾ ਨਹੀਂ ਤੁਹਾਡੇ ਅੱਗੇ, ਮੈਂ ਤੁਹਾਡੇ ਨਾਲ ਕੰਮ ਕਰਨਾ, ਠੀਕ ਹੈ। ਉਹਦੇ ਵਿੱਚ ਮੈਂ ਜੇ 15 ਗੱਲਾਂ ਨੇ ਤੇ ਉਹਨਾਂ 'ਚੋਂ ਇੱਕ ਅੱਧੀ ਗੱਲ ਜੇ ਕਿਸੇ ਦੇ ਜਵਾਬ ਦੇ ਦਿੱਤਾ, ਜੇ ਮੈਂ ਉਹ ਵੀ ਜਵਾਬ ਨਾ ਦੇਵਾਂ ਤੇ ਮੈਨੂੰ ਬਿਲਕੁਲ ਕਹਿਣ ਕਿ ਤਾਹਰ ਅੰਜਮ ਤੇ ਬਿਲਕੁਲ ਫੌਤ ਹੋ ਗਿਆ, ਠੀਕ ਹੈ। ਇਹ ਮਜਬੂਰੀ ਸਿਰਫ ਆਰਟਿਸਟ, ਪ੍ਰੋਡਿਊਸਰ ਔਰ ਡਾਇਰੈਕਟਰ ਸਮਝ ਸਕਦਾ ਹੈ ਕਿ ਲਾਫਟਰ ਲੈਣਾ ਸਟੇਜ ਦੇ ਉੱਤੇ ਕਿੰਨਾ ਜ਼ਰੂਰੀ ਹੈ। ਜਿਵੇਂ ਪਿੱਚ ਤੇ ਖਲੋ ਕੇ ਸਕੋਰ ਬਣਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਉਹਨੂੰ 0 ਤੇ ਆਊਟ ਕਿੰਨੀ ਦਫਾ ਹੋਵੋਗੇ, ਉਹ 0 ਤੇ ਨਾ ਆਊਟ ਹੋਣ ਵਾਸਤੇ ਜਾਣ ਕੇ 1-2 ਸਕੋਰ ਕਰ ਲਈਦਾ ਕਿ ਜ਼ਿੰਦਾ ਦੇ ਵਿੱਚ ਸ਼ਾਮਲ ਹੋ ਜਾਈਏ ਵਰਨਾ ਕਦੋਂ ਦਾ ਇਹਨਾਂ ਕੋਲੋਂ ਦੌੜਨਾ ਨਹੀਂ, ਇਹਨਾਂ ਨੂੰ ਦੜਾਉਣਾ। ਇਸ ਵਾਸਤੇ ਮਤਲਬ ਕਦੀ ਕੋਈ ਗੱਲ ਹੋ ਵੀ ਜਾਂਦੀ ਹੈ, ਲੇਕਿਨ ਅਲਹਮਦੁਲਿਲਾ ਬਾ ਫਜ਼ਲ ਖੁਦਾ ਮੈਂ ਕਦੀ ਵੀ ਉਹ ਗੱਲ ਸਟੇਜ 'ਤੇ ਨਹੀਂ ਕੀਤੀ ਜਿਹਦੀ ਮੈਨੂੰ ਸ਼ਰਮਿੰਦਗੀ ਹੋਵੇ, ਠੀਕ ਹੈ। ਔਰ ਇੱਕ ਜ਼ੂਮੈਨੀ ਗੱਲ ਨੂੰ ਮੈਂ ਮੋਇਨ ਅਖਤਰ ਸਾਹਿਬ ਦਾ ਇੱਕ ਫਿਕਰਾ ਜ਼ਰੂਰ ਕੋਟ ਕਰਨਾ ਚਾਹਾਂਗਾ ਕਿ ਅੱਲਾ ਜੰਨਤ ਨਸੀਬ ਕਰੇ ਮੋਇਨ ਅਖਤਰ ਸਾਹਿਬ ਨੂੰ। ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਔਰ ਮੈਂ ਉਹਨਾਂ ਨੂੰ ਜ਼ੂਮੈਨੀ ਗੱਲ ਦੇ ਬਾਰੇ ਡਿਸਕਸ ਹੋ ਰਹੀ ਸੀ। ਉਹਨੇ ਕਿਹਾ ਕਿ ਜ਼ੂਮੈਨੀ ਗੱਲ ਜ਼ਹੀਨ ਆਦਮੀ ਕਰਦਾ, ਠੀਕ ਹੈ। ਜ਼ੂਮੈਨੀ ਗੱਲ ਜ਼ਹੀਨ ਆਦਮੀ ਕਰਦਾ। ਜ਼ੂਮੈਨੀ ਗੱਲ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਹ ਤਾਂ ਗੰਦੀਆਂ ਗਾਲਾਂ ਕੱਢਦੇ ਨੇ ਹੁਣ ਜਿਹੜੇ ਖੈਰ ਨਾਲ ਕੁਝ ਆਰਟਿਸਟ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕ, ਇਹਨਾਂ ਨੂੰ ਜ਼ੂਮੈਨੀ ਗੱਲ ਦਾ ਵੀ ਨਹੀਂ ਪਤਾ, ਸਿੱਧੀ ਗਾਲ ਕੱਢ ਦਿੰਦੇ ਨੇ। ਨਾਜ਼ਰੀਨ, ਡਰਾਮੇ ਦੀ ਵਿਗਾੜ ਜਿਹੜੀ ਹੈ ਮੈਂ ਤਾਂ ਉਹਦੇ 'ਚ ਜ਼ਾਤੀ ਤੌਰ 'ਤੇ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਇਹਦਾ ਕੋਈ ਇੱਕ ਬੰਦਾ ਜ਼ਿੰਮੇਦਾਰ ਨਹੀਂ, ਅਸੀਂ ਸਭ ਲੋਕ ਜ਼ਿੰਮੇਦਾਰ ਹਾਂ। ਅਸੀਂ ਸਭ ਨੇ ਮਜ਼ੇ ਵੀ ਲੁੱਟੇ ਨੇ, ਆਪਣੇ ਆਪਣੇ ਹਿੱਸੇ ਦਾ ਹਿੱਸਾ ਵੀ ਪਾਇਆ, ਸਾਰੀਆਂ ਮੌਜਾਂ ਵੀ ਕੀਤੀਆਂ ਨੇ, ਲੇਕਿਨ ਅੱਜ ਜਦੋਂ ਸਾਨੂੰ ਮੌਕਾ ਮਿਲਦਾ ਤੇ ਤਨਕੀਦ ਦੇ ਨਿਸ਼ਾਨੇ ਅਸੀਂ ਦੂਸਰੇ ਵੱਲ ਕਰ ਲੈਂਦੇ ਹਾਂ। ਲੇਕਿਨ ਮੈਂ ਫਿਰ ਵੀ ਕਹਿਣਾ ਕਿ ਇੰਤਹਾਈ ਖੁਸ਼ੀ ਹੈ ਕਿ ਅੱਜ ਅਗਰ ਕਮੇਟੀ ਬਣੀ ਹੈ ਤੇ ਫਨਕਾਰ ਬਰਾਦਰੀ ਦੇ ਹੀ 2 ਲੋਕ ਜਿਹੜੇ ਨੇ ਉਹਨਾਂ ਨੂੰ ਚੁਣਿਆ ਗਿਆ। ਇੱਕ ਖੁਸ਼ਾਇੰਦ ਫੈਸਲਾ ਹੈ, ਨਾ ਕਿ ਪਹਿਲੇ ਜਿਸ ਤਰ੍ਹਾਂ ਹੁੰਦਾ ਸੀ ਕਿ ਗੱਲ ਫਨਕਾਰਾਂ ਦੀ ਹੁੰਦੀ ਸੀ, ਬੰਦਾ ਜ਼ਰਾਇਤ ਤੋਂ ਲਿਆ ਜਾਂਦਾ ਸੀ, ਲੇਕਿਨ ਬੜੇ ਅਹਿਸਨ ਫੈਸਲੇ। ਇਸ ਤੋਂ ਬਾਅਦ 2 ਸਵਾਲ ਮੇਰੇ ਨੇ, ਮੈਂ ਇੰਟਰਵਿਊ ਨੂੰ ਖ਼ਤਮ ਕਰਾਂਗਾ। ਇੱਕ ਸਵਾਲ ਤਾਂ ਇਹ ਹੈ ਕਿ ਆਮਰ ਮੀਰ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੀਆਂ ਚੀਜ਼ਾਂ ਔਰ ਸਲਾਹਤ ਦੱਸੀਆਂ ਨੇ, ਅਗਰ ਤੂੰ ਵਾਕਈ ਇਸ ਤਰ੍ਹਾਂ ਹੋ ਰਿਹਾ ਤਾਂ ਪਿਛਲੇ 75 ਸਾਲ 'ਚ ਵੀ ਇਸ ਤਰ੍ਹਾਂ ਨਹੀਂ ਹੋਇਆ। ਔਰ ਫਨਕਾਰਾਂ ਵਾਸਤੇ ਬਿਲਕੁਲ ਵਾਕਿਆ ਹੀ ਬੜੇ ਬਿਹਤਰੀਨ ਪੈਕੇਜ 24 ਜ਼ਿਲ੍ਹਿਆਂ ਦੇ ਵਿੱਚ ਆਰਟਸ ਕੌਂਸਲਾਂ ਦੇ ਦਫ਼ਤਰ, ਔਰ ਉਹਨਾਂ ਨੂੰ ਚੈੱਕ ਕੀਤਾ ਜਾਏਗਾ, ਉਹਦੀ ਮੋਨੀਟਰਿੰਗ ਕੀਤੀ ਜਾਏਗੀ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਕਤ ਦੇ ਨਾਲ ਖੈਰ ਜਿਹੜਾ ਫਾਈਨਲ ਆਏਗਾ ਸਾਹਮਣੇ। ਅਤੇ ਕੀ ਤੁਸੀਂ ਇਸ ਹਵਾਲੇ ਨਾਲ ਕਹੋ ਕਿ ਆਮਰ ਮੀਰ ਸਾਹਿਬ ਇਹ ਤਾਂ ਸਾਬਕਾ ਮਤਲਬ ਜਿਸ ਤਰ੍ਹਾਂ ਮਰੀ ਆਰਟਸ ਕੌਂਸਲ ਨੂੰ ਖੋਲ੍ਹਣ ਦਾ ਫੈਸਲਾ ਕਰ ਲਿਆ ਗਿਆ ਔਰ ਬਹੁਤ ਸਾਰੇ ਸ਼ਹਿਰਾਂ 'ਚ ਸਲਾਹਤ ਜਿਹੜੀਆਂ ਨੇ, ਫਿਰ ਥੀਏਟਰਾਂ ਦੀ ਜਿਹੜੀ ਮਤਲਬ ਉਹ ਤਰੀਨੋ ਰਾਇਸ਼ ਉਹਦੇ ਵਾਸਤੇ ਬਜਟ ਕੱਢਿਆ ਗਿਆ। ਮੈਂ ਇੱਕ ਗੱਲ ਆਮਰ ਮੀਰ ਸਾਹਿਬ ਵਾਸਤੇ ਕਰਨਾ ਚਾਹ ਰਿਹਾ ਵਾਂ ਕਿ ਮੈਂ 3-4 ਅਦਵਾਰ ਵੇਖੇ ਨੇ ਸਿਆਸੀ। ਮੈਂ ਬੜੀ ਇਹ ਹੈਰਾਨਕੁਨ ਗੱਲ ਤੁਹਾਨੂੰ ਦੱਸ ਰਿਹਾ ਵਾਂ ਕਿ ਕਿਸੇ ਵੀ ਸਿਆਸੀ ਹਕੂਮਤ ਨੇ ਥੀਏਟਰ ਦੇ ਹਵਾਲੇ ਨਾਲ ਕੋਈ ਸੀਰੀਅਸ ਔਰ ਕੋਈ ਠੋਸ ਇਕਦਾਮ ਨਹੀਂ ਕੀਤਾ। ਹਾਲਾਂਕਿ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਪੋਲੀਟੀਕਲ ਗੌਰਮੈਂਟਾਂ ਦੀ, ਸਿਆਸੀ ਗੌਰਮੈਂਟਾਂ ਦੀ ਹੁੰਦੀ ਹੈ, ਸਿਆਸੀ ਪਾਰਟੀਆਂ ਦੀ ਜਿਹੜੀ ਗੌਰਮੈਂਟ ਹੁੰਦੀ ਹੈ। ਇੰਟਰਮ ਗੌਰਮੈਂਟ ਦੇ ਵਿੱਚ ਇੱਕ ਮਿਨਿਸਟਰ ਆਉਂਦਾ ਹੈ ਔਰ ਇਤਨੀ ਦਲੇਰੀ ਦੇ ਨਾਲ ਇਤਨੇ ਅੱਛੇ ਫੈਸਲੇ ਕਰਦਾ ਹੈ ਔਰ ਥੀਏਟਰ ਨੂੰ ਇਤਨੇ ਅੱਛੇ ਤਰੀਕੇ ਨਾਲ ਸਮਝਦਾ ਹੈ ਔਰ ਇਤਨੇ ਆਊਟ ਕਲਾਸ ਕਰਦਾ। ਮੈਂ ਯਕੀਨ ਕਰੋ ਕਿ ਮੈਂ ਜੇ ਮੇਰੇ ਕੋਲ ਇਖਤਿਆਰ ਹੋਵੇ ਨਾ ਕਿ ਆਮਰ ਮੀਰ ਨੂੰ ਕੋਈ ਪੰਜਾਬ ਦਾ ਬੈਸਟ ਅਵਾਰਡ ਦੇਣ ਦਾ, ਤੇ ਖੁਦਾ ਦੀ ਕਸਮ ਖਾ ਕੇ ਕਹਿਣਾ ਮੈਂ ਸਭ ਤੋਂ ਪਹਿਲਾਂ ਇਸ ਬੰਦੇ ਨੂੰ ਨੋਮੀਨੇਟ ਕਰਾਂ। ਬਹੁਤ ਹੀ ਆਊਟ ਕਲਾਸ ਕੰਮ ਕਰ ਰਿਹਾ ਭਾਈ। ਔਰ ਮੈਂ ਤਾਂ ਕੋਸ਼ਿਸ਼ ਕਰਾਂਗਾ ਕਿ ਅੱਗੋਂ ਕੋਈ ਸਿਆਸੀ ਗੌਰਮੈਂਟ ਵੀ ਆਵੇ ਨਾ ਤੇ ਮੈਂ ਜਿਹੜੇ ਉਤਲੇ ਲੀਡਰਾਂ ਨੇ ਉਹਨਾਂ ਨੂੰ ਕਹਾਂ ਕਿ ਇਹਨਾਂ ਨੂੰ
ਜਿਹੜਾ ਨਾ ਮੁਸਤਕਿਲ ਤੌਰ ਤੇ ਮਿਨਿਸਟਰ ਰੱਖਿਆ ਜਾਏ। ਵੈਲ ਡਨ। ਔਰ ਦੂਸਰੀ ਗੱਲ ਜਿਹੜੀ ਸੀਐਮ ਸਾਹਿਬ ਦੀ ਤੁਸੀਂ ਕੀਤੀ ਹੈ ਕਿ ਸੀਐਮ ਸਾਹਿਬ ਦੇ ਨਾਲ ਮੁਲਾਕਾਤ, ਮੈਂ ਮਤਲਬ ਕਿਹੜਾ ਠੇਕੇਦਾਰ ਹਾਂ ਕਿ ਮੈਂ ਉਹਨਾਂ ਕੋਲੋਂ ਕੋਈ ਸੜਕ ਦਾ ਠੇਕਾ ਲੈਣ ਗਿਆ ਸਾਂ। ਜਿੱਥੇ ਮੈਂ ਬੈਠਾ ਹੋਵਾਂਗਾ ਉੱਥੇ ਆਰਟ ਐਂਡ ਕਲਚਰ ਹੀ ਡਿਸਕਸ ਹੋਏਗਾ, ਤੇ ਮੇਰੀ ਸੀਐਮ ਸਾਹਿਬ ਦੇ ਨਾਲ ਆਰਟ ਐਂਡ ਕਲਚਰ ਦੀ ਗੱਲ ਹੋਈ ਹੈ। ਔਰ ਉਹਨਾਂ ਦੀ ਮਿਹਰਬਾਨੀ ਮੁਰਸ਼ਦ ਪਾਕ ਦੀ ਸੈਯਦ ਬਾਦਸ਼ਾਹ ਦੀ ਕਿ ਉਹਨਾਂ ਨੇ ਅਨਕਰੀਬ ਥੀਏਟਰ ਰਿਸਟੋਰ ਕਰਨ ਦਾ ਕਿਹਾ। ਔਰ ਅਲਹਮਦੁਲਿਲਾ ਬਫਜ਼ਲੇ ਖੁਦਾ ਸਾਡਾ ਮਸਲਾ ਇਹ ਹੈ ਹੀ ਨਹੀਂ ਕਿ ਥੀਏਟਰ ਕਦੋਂ ਖੁੱਲ੍ਹ ਰਹੇ ਨੇ। ਠੀਕ ਹੈ। ਬਾਰ ਇਹੀ ਕਹੀ ਜਾਂਦੇ ਨੇ ਕਦੋਂ ਖੁੱਲ੍ਹ ਰਹੇ ਨੇ, ਇਹੀ ਫੋਨ ਆਈ ਜਾਂਦੇ ਨੇ। ਉਹ ਮਰੋ ਖੁੱਲ੍ਹ ਜਾਂਦੇ ਨੇ। ਇੰਨਾ ਖੋਲ੍ਹਿਆ ਜੇ ਬੰਦ ਵੀ ਰਹਿਣ ਦਿਓ ਥੋੜ੍ਹੀ ਦੇਰ, ਕੋਈ ਕੰਮ ਹੋ ਲੈਣ ਦਿਓ। ਥੀਏਟਰ ਦੀ ਬਿਹਤਰੀ ਵਾਸਤੇ ਹੋ ਰਿਹਾ ਕੁਝ ਵੀ। ਇੰਨਾ ਪੈਸਾ ਕਮਾਇਆ, ਇੰਨਾ ਥੋੜ੍ਹਾ ਅਸੀਂ ਮੈਂ ਵੇਖੋ ਮੈਨੂੰ ਮੈਂ ਇੱਕ ਛੋਟੀ ਜਿਹੀ ਗੱਲ ਜ਼ਰੂਰ ਕੋਟ ਕਰਾਂਗਾ। ਇੱਕ ਨਾ ਆਡੀਓ ਮੈਸੇਜ ਮੇਰੇ ਇੱਕ ਛੋਟੇ ਭਰਾ ਦਾ ਜਿਹੜਾ ਨਾ ਉਹ ਗਰਦਿਸ਼ ਕਰ ਰਿਹਾ ਜਗ੍ਹਾ 'ਤੇ ਕਿ ਥੀਏਟਰ ਤਾਹਰ ਅੰਜਮ ਨੇ ਆਪ ਹੀ ਬੰਦ ਕਰਾਏ ਨੇ ਅਤੇ ਆਪ ਹੀ ਖੁਲਵਾਏ ਜਾ ਰਹੇ ਨੇ। ਔਰ ਤੁਸੀਂ ਹੈ ਅਤੇ ਮੇਰਾ ਉਹ ਛੋਟਾ ਭਰਾ ਹੈ। ਮੈਂ ਇੱਕ ਗੱਲ ਕਰਨਾ ਚਾਹ ਰਿਹਾ ਵਾਂ ਕਿ ਉਹਦੇ ਵਿੱਚ ਇਹ ਵੀ ਗੱਲ ਕੋਟ ਕੀਤੀ ਕਿ ਤਾਹਰ ਅੰਜਮ ਨੂੰ ਨਾ ਖੇਡਣ, ਤਾਹਰ ਅੰਜਮ ਨੇ ਕਿਹਾ ਨਾ ਖੇਡਾਂਗਾ ਨਾ ਖੇਡਣ ਦਿਆਂਗਾ। ਤਾਹਰ ਸਾਹਿਬ ਤੁਹਾਨੂੰ ਸ਼ਾਇਦ ਹੁਣ ਕੰਮ ਨਹੀਂ ਮਿਲਦਾ ਤਾਂ ਤੁਸੀਂ ਥੀਏਟਰ ਬੰਦ ਕਰਾਉਣ ਦਾ। ਖੁਦਾ ਪਾਕ ਦੀ ਕਸਮ ਖਾ ਕੇ ਨੇ ਅੱਲਾ ਕੋਲੋਂ ਡਰ ਕੇ ਕਹਿਣ ਡਿਆ ਵਾਂ, ਪਰਵਰਦੀਗਾਰ ਕੋਲੋਂ ਡਰ ਕੇ ਗੱਲ ਕਹਿਣ ਡਿਆ ਵਾਂ ਕਿ ਮੈਂ ਜਿੰਨਾ ਵੀ ਕੰਮ ਕੀਤਾ ਬੜੇ ਅੱਛੇ ਤਰੀਕੇ ਨਾਲ ਕੀਤਾ, ਅੱਛੀ ਪੇਮੈਂਟ, ਅੱਛੀ ਇੱਜ਼ਤ, ਰਿਸਪੈਕਟ, ਆਨਰ ਦੇ ਨਾਲ ਕੀਤਾ। ਔਰ ਮੇਰੇ ਖਿਆਲ ਦੇ ਮੁਤਾਬਕ ਮੈਨੂੰ ਹੁਣ ਥੀਏਟਰ ਦੀ ਸ਼ਾਇਦ ਉਂਝ ਨੀਡ ਨਹੀਂ ਹੈਗੀ ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਸੀ ਜਾਂ 15 ਸਾਲ ਪਹਿਲਾਂ ਸੀ। ਔਰ ਨਾ ਮੈਨੂੰ ਥੀਏਟਰ ਦੀ ਹੁਣ ਇੰਨੀ ਕੋਈ ਜ਼ਰੂਰਤ ਹੈ। ਮੈਨੂੰ ਸਿਰਫ ਇਸ ਚੀਜ਼ ਦੀ ਜ਼ਰੂਰਤ ਹੈ ਕਿ ਜਿਹੜੇ ਨਵੇਂ ਲੋਕ ਆ ਰਹੇ ਨੇ ਨਾ, ਜਿਹੜੇ ਥੀਏਟਰ ਦੇ ਵਿੱਚ ਨਵੇਂ ਲੋਕ ਥੀਏਟਰ ਕਰਨਾ ਚਾਹ ਰਹੇ ਨੇ, ਉਹ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨ। ਅਸੀਂ ਫਿਰ ਇੱਕ ਬੱਬੂ ਬਰਾਲ ਪੈਦਾ ਕਰੀਏ, ਅਸੀਂ ਫਿਰ ਇੱਕ ਮਸਤਾਨਾ ਲੈ ਕੇ ਆਈਏ, ਅਸੀਂ ਫਿਰ ਇੱਕ ਨਾਸਰ ਚਨਿਓਟੀ ਦੀ ਜਗ੍ਹਾ 'ਤੇ ਕੋਈ ਅੱਛਾ ਆਰਟਿਸਟ, ਕਿਉਂਕਿ ਸਾਰੇ ਜਿੰਨੇ ਵੀ ਆਰਟਿਸਟ ਨੇ ਨਾ ਬੜੀ ਅੱਛੇ ਤਰੀਕੇ ਨਾਲ ਕੰਮ ਕਰ ਲਿਆ। ਇਹ ਸਭ ਟੈਨੋਰ ਆਪਣਾ ਬਿਹਤਰੀਨ। ਨਾਸਰ ਚਨਿਓਟੀ ਸਾਹਿਬ ਨੇ ਕਿੰਨਾ ਹੋਰ ਕੰਮ ਕਰਨਾ, ਉਹ ਤਾਂ ਹੁਣ ਅੱਗੇ ਫਿਲਮ ਤੇ ਫਿਲਮ ਤੋਂ ਅੱਗੇ ਪਤਾ ਨਹੀਂ ਹਾਲੀਵੁੱਡ ਤੇ ਹਾਲੀਵੁੱਡ ਤੋਂ ਅੱਗੇ ਮਤਲਬ ਉਹ ਤਾਂ ਸਾਰਾ ਕੁਝ ਕਰ ਰਹੇ ਨੇ। ਜਿਹੜੇ ਥੀਏਟਰ ਦੇ ਨਵੇਂ ਆਰਟਿਸਟ ਨੇ ਉਹ ਜ਼ਰੂਰਤ ਹੈ ਕਿ ਉਹ ਕੰਮ ਕਰਨ ਔਰ ਅੱਛੇ ਤਰੀਕੇ ਨਾਲ ਕੰਮ ਕਰਨ। ਠੀਕ ਹੈ ਜੀ। ਅੱਛਾ, ਮੇਰਾ ਆਖਰੀ ਸਵਾਲ ਹੈ, ਉਸ ਤੋਂ ਬਾਅਦ ਫਿਰ ਮੈਂ ਕਲੋਜ਼ ਕਰਾਂਗਾ। ਨਾਜ਼ਰੀਨ, ਗੱਲ ਤੇ ਮੈਂ ਦੱਸਦਾ ਜਾਵਾਂ, ਤਾਹਰ ਅੰਜਮ ਸਾਹਿਬ ਨਾਲ ਇੱਕ ਅੱਛਾ ਖਾਸਾ ਮੇਰਾ ਵਕਤ ਗੁਜ਼ਰਿਆ ਲੇਕਿਨ ਮੈਨੂੰ ਹੈਰਾਨਗੀ ਸੀ। ਮੈਂ ਸਮਝਣਾ ਕਿ ਤਾਹਰ ਅੰਜਮ ਜੈਸਾ ਜਿਹੜਾ ਬੰਦਾ ਮਾਸਟਰ ਪਲਾਨ ਵਾਲਾ ਆਦਮੀ ਹੈ ਔਰ ਜਿਹੜੇ ਸੋਰਸ ਔਰ ਤਲੁਕਾਤ ਅਸੀਂ ਦੇਖੇ ਹੋਏ ਨੇ, ਸੁਣੇ ਨਹੀਂ, ਦੇਖੇ ਨੇ ਨਾਲ ਰਹਿ ਕੇ। ਅਤੇ ਮੇਰਾ ਖਿਆਲ ਹੈ ਕਿ ਅੱਧੇ ਲਾਹੌਰ ਦਾ ਮਾਲਕ ਤਾਹਰ ਅੰਜਮ ਨੂੰ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਦੇ ਨਾਲ। ਲੇਕਿਨ ਤਾਹਰ ਅੰਜਮ ਅੱਧੇ ਲਾਹੌਰ ਦਾ ਮਾਲਕ ਕਿਉਂ ਨਹੀਂ? ਉਹ ਮੈਂ ਇਹਨਾਂ ਦੀ ਕੰਡ ਪਿੱਛੇ ਵੀ ਮੇਰੇ ਭਾਈ ਨੇ ਗੋਸ਼ੀ ਖਾਨ ਸਾਹਿਬ, ਮੈਂ ਅਗਲੇ ਦਿਨ ਉਹਨੂੰ ਕਹਿ ਰਿਹਾ ਸਾਂ, ਮੈਂ ਕਿਹਾ ਉਸਤਾਦ ਜੀ ਅਸੀਂ ਜੋ ਮਤਲਬ ਰੰਗ ਵੇਖੇ ਹੋਏ ਨੇ ਨਾ ਤਾਹਰ ਅੰਜਮ ਦੇ, ਮਤਲਬ ਅਸੀਂ ਜਾਣਦੇ ਹਾਂ। ਲੇਕਿਨ ਖੈਰ ਆਪਣੀ ਇੱਕ ਜ਼ਿੰਦਗੀ ਹੈ, ਤਾਹਰ ਅੰਜਮ ਦੀ ਜ਼ਿੰਦਗੀ ਦਾ ਇੱਕ ਆਪਣਾ ਸਟਾਈਲ ਹੈ। ਲਾਸਟ 'ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਤੁਸੀਂ ਹਨੀਫ ਦੇ ਕੁੱਕੜ ਦੀ ਵਜ਼ਾਹਤ ਜ਼ਰੂਰ ਪੁੱਛਣੀ ਹੈ, ਅਤੇ ਉਹ ਦੱਸਦੇ ਜੀ, ਉਹ ਕਹਿੰਦੇ ਜੀ ਕੀ ਹਨੀਫ ਦਾ ਕੁੱਕੜ। ਇਹ ਲਾਸਟ ਗੱਲ ਜਿਹੜੀ ਹੈ, ਹਨੀਫ ਦਾ ਕੁੱਕੜ ਇੱਕ ਮਸ਼ਹੂਰ ਕਰੈਕਟਰ ਹੈ, ਠੀਕ ਹੈ, ਜਿਹੜਾ ਪੂਰੀ ਦੁਨੀਆ ਨੇ ਮੰਨਿਆ ਔਰ ਪੂਰੀ ਦੁਨੀਆ ਨੇ ਐਪਰੀਸ਼ੀਏਟ ਕੀਤਾ। ਮੈਨੂੰ ਨਹੀਂ ਪਤਾ ਕਿ ਤੁਸੀਂ ਚੌਰੀ ਹਨੀਫ ਦੇ ਕੁੱਕੜ ਕੀ ਵਜ਼ਾਹਤ, ਕਾਹਦੀ ਵਜ਼ਾਹਤ ਮੰਗ? ਕਹਿੰਦੇ ਨੇ ਜੀ ਹਨੀਫ ਦਾ ਕੁੱਕੜ ਜਿਹੜਾ ਹੈ ਮਤਲਬ ਵਲਗਰ ਰੋਲ ਹੈ। ਆਓ ਤਾਂ ਸਿੱਧੀ ਗੱਲ ਕਰੋ ਨਾ, ਤੁਸੀਂ ਐਡਾ ਮਤਲਬ ਘੁਮਾ ਕੇ ਗੱਲ ਕਿਉਂ ਕਰ ਰਹੇ ਹੋ? ਹਨੀਫ ਦਾ ਕੁੱਕੜ ਜ਼ਰੂਰ ਵਲਗਰ ਹੁੰਦਾ ਜੇ ਮੇਰੇ ਹੱਥ 'ਚ ਕੁੱਕੜ ਨਾ ਹੁੰਦਾ। ਤੇ ਮੇਰੀ ਗੱਲ ਸਮਝਿਓ, ਜੇ ਮੈਂ ਕੁੱਕੜ ਤੋਂ ਬਗੈਰ ਖਲੋਤਾ ਹੁੰਦਾ ਤਾਂ ਮੈਂ ਕਹਿੰਦਾ ਇਹ ਚੌਰੀ ਹਨੀਫ ਦਾ ਕੁੱਕੜ ਹੈ, ਇਹ ਚੌਰੀ ਹਨੀਫ ਦਾ ਕੁੱਕੜ ਇੰਝ ਕਰਦਾ, ਚੌਰੀ ਹਨੀਫ ਦੇ ਕੁੱਕੜ ਦੀ ਐਡੀ ਮੋਟੀ ਧੌਣ ਹੈ। ਫਿਰ ਤਾਂ ਸਾਰੀ ਦੁਨੀਆ ਨੂੰ ਵੀ, ਜਦੋਂ ਮੈਂ ਕੁੱਕੜ ਫੜਿਆ ਹੋਇਆ ਹੈ ਔਰ ਕੁੱਕੜ ਦੇ ਬਾਰੇ ਮੈਂ ਗੱਲ ਕਰ ਰਿਹਾ, ਮੈਂ ਕਿਹੜਾ ਕਿਸੇ ਹੋਰ ਚੀਜ਼ ਦੇ ਬਾਰੇ ਗੱਲ ਕਰ ਰਿਹਾ ਵਾਂ। ਅਤੇ ਜਦੋਂ ਅਸੀਂ ਇਹ ਕੰਮ ਕਰਦਾ ਪਿਆ ਸੀ ਨਾ, ਮੈਂ ਚੌਰੀ ਹਨੀਫ ਦਾ ਕੁੱਕੜ, ਉਸ ਡਰਾਮੇ ਦੇ ਵਿੱਚ ਸੀਨੀਅਰ ਤਰੀਨ ਡਾਇਰੈਕਟਰ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਹੀ ਨਹੀਂ ਸਕਦੇ ਕਿ ਉਹ ਕੋਈ ਗੈਰ ਜ਼ਿੰਮੇਦਾਰ ਆਦਮੀ ਸਨ, ਜਿਨ੍ਹਾਂ ਦਾ ਨਾਮ ਮਿਰਜ਼ਾ ਰਸ਼ੀਦ ਅਖਤਰ ਸਾਹਿਬ ਸਨ, ਠੀਕ ਹੈ। ਡਰਾਮੇ ਦੇ ਐਕਟਰ ਅਨਵਰ ਅਲੀ ਸਾਹਿਬ, ਰੈਂਬੋ ਸਾਹਿਬ, ਨਰਗਸ, ਠੀਕ ਹੈ, ਇਹ ਉਹ ਲੋਕ ਸਨ ਜਿਹੜੇ ਡਰਾਮੇ ਦੇ ਵਿੱਚ ਕੰਮ ਕਰ ਰਹੇ ਸਨ। ਔਰ ਉਹਨਾਂ ਨੇ ਇੰਨਾ ਕੁ ਐਪਰੀਸ਼ੀਏਟ ਕੀਤਾ ਕਿ ਯਾਰ ਇਹ ਕੀ ਹੈ, ਤੂੰ ਇਹ ਕੀ ਕਹਿ ਰਿਹਾ, ਅਤੇ ਲੋਕ ਕਿਉਂ ਹੱਸੀ ਜਾਣ ਰਹੇ ਨੇ, ਠੀਕ ਹੈ। ਇੱਕ ਆਈਟਮ ਮੈਂ ਅੱਲਾ ਲਿਓ ਕਿਹੜੇ ਪਾਸੇ ਟੁਰ ਪਿਆ, ਆਈਟਮ ਲੈ ਕੇ ਆ, ਲੋਕਾਂ ਨੇ ਪਸੰਦ ਕੀਤੀ। ਮੈਂ ਰਜ਼ਾਈ ਦੇ ਵਿੱਚ ਸਰਦੀ ਦੇ ਵਿੱਚ ਵੜਿਆ ਵਾਂ ਅਤੇ ਲੋਕਾਂ ਨੇ ਪਸੰਦ ਕੀਤੀ। ਮੈਂ ਤਾਂ ਜਿਹੜੀ ਚੀਜ਼ ਕੀਤੀ ਹੈ ਲੋਕਾਂ ਨੇ ਐਪਰੀਸ਼ੀਏਟ ਕੀਤਾ। ਮੈਂ ਤਾਂ ਕਦੀ ਉਹ ਗੱਲ ਨਹੀਂ ਕੀਤੀ ਜਿਹੜੀ ਮਤਲਬ ਭੈਣ ਭਰਾਵਾਂ ਦੇ ਵਿੱਚ ਬਹਿ ਕੇ ਸੁਣਨ ਵਾਲੀ ਨਾ ਹੋਵੇ।
ਚੌਰੀ ਨੀਫ ਦਾ ਕੁੱਕੜ ਤੇ ਯਕੀਨ ਕਰੋ, ਮੈਂ ਕਈ ਜਗ੍ਹਾ ਤੇ ਐਸਾ ਵੇਖਿਆ ਕਿ ਔਰਤਾਂ ਮੈਨੂੰ ਕਹਿੰਦੇ ਵੇ ਚੌਰੀ ਨੀਫ ਦੇ ਕੁੱਕੜ ਤੂੰ ਉਹੀ ਹੈ ਨਾ। ਇਹਦਾ ਮਤਲਬ ਹੈ ਕਿ ਜੇ ਮੇਰੀਆਂ ਮਾਵਾਂ ਭੈਣਾਂ ਨੂੰ ਇਹ ਰੋਲ ਯਾਦ ਹੈ ਤੇ ਉਹ ਵਲਗਰ ਜਾਂ ਜ਼ੂਮੈਨੀ ਨਹੀਂ ਹੈਗਾ। ਤੁਹਾਡਾ ਆਪਣਾ ਜ਼ਹਨ ਹੈ, ਤੁਸੀਂ ਮੈਨੂੰ ਜੋ ਮਰਜ਼ੀ ਕਹੀ ਜੋ, ਮੈਂ ਕਿਸੇ ਦੇ ਜ਼ਹਨ 'ਤੇ ਤਾਂ ਨਹੀਂ ਕੋਈ ਗੱਲ ਕਰ ਸਕਦਾ। ਦੂਸਰੀ ਗੱਲ ਇਹ ਵੀ ਕਿ ਤੁਸੀਂ ਹੁਣੇ ਗੱਲ ਕੀਤੀ, ਮੈਂ ਤਾਂ ਜਵਾਬ ਜ਼ਰੂਰ ਦੇਣਾ ਚਾਹੁੰਦਾ ਵਾਂ ਕਿ ਮੇਰੇ ਜਿੰਨੇ ਸੋਰਸਿਸ ਨੇ, ਮੈਨੂੰ ਅੱਧੇ ਲਾਹੌਰ ਦਾ ਮਾਲਕ ਹੋਣਾ ਚਾਹੀਦਾ। ਮੈਂ ਆਪਣੀ ਲਾਈਫ ਨੂੰ ਕਰਪਸ਼ਨ ਤੋਂ ਹਮੇਸ਼ਾ ਪਾਕ ਰੱਖਿਆ। ਮੈਂ ਸਿਰਫ ਇਹ ਸੋਚਿਆ ਕਿ ਮੈਂ ਜਾਇਜ਼ ਤਰੀਕੇ ਦੇ ਨਾਲ ਆਪਣੇ ਘਰ ਨੂੰ ਚਲਾਵਾਂ। ਸੋਰਸਿਸ ਜਿਹੜੇ ਨੇ, ਤਲਕਾਤ ਜਿਹੜੇ ਨੇ, ਮੈਂ ਉੱਥੇ ਇਸਤੇਮਾਲ ਕੀਤੇ ਨੇ ਜਿੱਥੇ ਕੋਈ ਮੈਨੂੰ ਫਲਾਈ ਕੰਮ ਕਰਨਾ ਚਾਹੀਦਾ। ਹਮੇਸ਼ਾ ਫਨਕਾਰਾਂ ਵਾਸਤੇ, ਆਰਟਿਸਟਾਂ ਵਾਸਤੇ, ਇਨਸਾਨੀਅਤ ਦੀ ਖਿਦਮਤ ਵਾਸਤੇ ਮੈਂ ਜ਼ਰੂਰ ਸੋਰਸਿਸ ਇਸਤੇਮਾਲ ਕਰਨਾ ਵਾ। ਉਹ ਭਾਵੇਂ CM ਸਾਹਿਬ ਹੋਣ, ਭਾਵੇਂ PM ਸਾਹਿਬ ਹੋਣ, ਭਾਵੇਂ ਕੋਈ ਬਿਊਰੋਕਰੇਟ ਹੋਵੇ। ਤੇ ਇਨਸ਼ਾਅੱਲਾ ਬਾ ਫਜ਼ਲ ਖੁਦਾ ਇਹ ਮਿਸ਼ਨ ਸਾਰੀ ਜ਼ਿੰਦਗੀ ਤੱਕ ਜਾਰੀ ਰਹੇਗਾ। ਅਲਹਮਦੁਲਿਲਾ ਬਾ ਫਜ਼ਲ ਖੁਦਾ ਮੈਂ ਫਨਕਾਰਾਂ ਦੀ, ਥੀਏਟਰ ਦੀ, ਆਰਟ ਦੀ ਬਕਾ ਦੀ ਜੰਗ ਲੜਦਾ ਰਹਾਂਗਾ ਇਨਸ਼ਾਅੱਲਾ। ਵੈਲ ਡਨ ਹੋ ਗਿਆ। ਨਾਜ਼ਰੀਨ, ਸਾਡੇ ਨਾਲ ਸਨ ਤਾਹਰ ਅੰਜਮ ਸਾਹਿਬ, ਔਰ ਤਾਹਰ ਅੰਜਮ ਸਾਹਿਬ ਇਸ ਟਾਈਮ ਸਰਕਾਰੀ ਸਤ੍ਹਾ 'ਤੇ ਇੱਕ ਜਿਹੜਾ ਐਕਟ ਡਰਾਮੇ ਦਾ ਬਣ ਰਿਹਾ ਉਹਦੀ ਬਕਾਇਦਾ ਜਿਹੜੀ ਇਹ ਕਮੇਟੀ 'ਚ ਸ਼ਾਮਲ ਨੇ, ਔਰ ਅੱਜ ਵੀ ਮੀਟਿੰਗ ਤੋਂ ਆਏ ਨੇ। ਮੀਟਿੰਗ ਇਹਨਾਂ ਦੀ ਵਕਤ ਦੇ ਨਾਲ ਸਾਰਾ ਕੁਝ ਗੌਰਮੈਂਟ ਅਨਾਉਂਸ ਕਰ ਦੇਗੀ, ਕੀ ਐਕਟ ਬਣਿਆ, ਕੀ ਕਾਨੂੰਨ ਬਣਿਆ। ਅਸੀਂ ਉਸ ਹਵਾਲੇ ਨਾਲ ਨਹੀਂ ਜਾਵਾਂਗੇ। ਅਸੀਂ ਇਹਨਾਂ ਦੇ ਮਸ਼ਕੂਰ ਅਤੇ ਮਮਨੂਨ ਹਾਂ, ਅਤੇ ਇਹਨਾਂ ਨੇ ਸਾਡੀ ਖਾਤਰ ਤੁਹਾਡੇ ਲਈ ਅੱਗੇ ਸਮਾਨ ਵੀ ਰੱਖਿਆ ਹੋਇਆ, ਉਹ ਵੀ ਅਸੀਂ ਖਾਣਾ। ਅਤੇ ਵੈਸੇ ਵੀ ਤਾਹਰ ਅੰਜਮ ਸਾਹਿਬ ਲਵਲੀ ਆਦਮੀ ਨੇ, ਬੜਾ ਕੁਛ ਵਕਤ ਸਾਡਾ ਜਿਹੜਾ ਇਕੱਠਾ ਗੁਜ਼ਰਿਆ। ਅੱਲਾਹ ਤਾਲਾ ਇਹਨਾਂ ਨੂੰ, ਮੈਂ ਕਹਿੰਦਾ ਕਿ ਜਦੋਂ ਅੱਲਾ ਕਿਸੇ ਨੂੰ ਇੱਜ਼ਤ ਦੇ, ਸਾਨੂੰ ਤਸਲੀਮ ਕਰ ਲੈਣਾ ਚਾਹੀਦਾ। ਅਸੀਂ ਤਾਂ ਇਸ ਲਈ ਪਹਿਲੇ ਦਿਨ ਹੀ ਇਸ਼ਤਿਹਾਰ ਬਣਾ ਕੇ ਤੇ ਲਗਾ ਦਿੱਤੇ ਸਾਨੂੰ ਮੁਬਾਰਕਬਾਦ ਦੇ, ਔਰ ਸਾਡਾ ਹੱਕ ਬਣਦਾ ਸਾਡੇ ਨਾਲ ਦਾ ਕੋਈ ਭਰਾ ਅਗਰ ਸਟੈਂਡ ਹੁੰਦਾ ਤਾਂ ਸਾਨੂੰ ਚਾਹੀਦਾ ਅਸੀਂ ਉਹਨੂੰ ਮੁਬਾਰਕਬਾਦ ਦਈਏ। ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਾਂਗਾ। ਪਾਕਿਸਤਾਨ ਜ਼ਿੰਦਾਬਾਦ।